ਹੈਲੋ ਸਟੂਡੈਂਟਸ, ਅਸੀਂ ਇਸ ਵੀਡੀਓ ਦੇ ਵਿੱਚ ਫੀਡਿੰਗ ਆਫ ਪੋਲਟਰੀ ਬਰਡਸ ਬਾਰੇ ਪੋਲਟਰੀ ਦੇ ਪੰਛੀ ਜਿਹੜੇ ਹੁੰਦੇ ਹਨ, ਜਿਨ੍ਹਾਂ ਨੂੰ ਆਪਾਂ ਪਾਲਤੂ ਪੰਛੀ ਵੀ ਕਿਹਾ ਜਾਂਦਾ ਹੈ, ਉਸ ਦੇ ਬਾਰੇ ਜਾਣਕਾਰੀ ਲਵਾਂਗੇ, ਜੋ ਕਿ ਇਸ ਪ੍ਰਕਾਰ ਹੈ। ਪੋਲਟਰੀ ਫੀਡਿੰਗ ਦੇ ਵਿੱਚ ਸਾਨੂੰ ਪਹਿਲੀ ਗੱਲ ਤੋਂ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਵਿੱਚ ਸਾਰੇ ਹੀ ਮਿਨਰਲਸ, ਵਿਟਾਮਿਨ ਅਤੇ ਪ੍ਰੋਟੀਨ ਸਹੀ ਮਾਤਰਾ ਦੇ ਵਿੱਚ ਹੋਣ, ਜੋ ਕਿ ਪੰਛੀਆਂ ਦੇ ਲਈ ਬਹੁਤ ਹੀ ਵੱਧ ਮਹੱਤਵਪੂਰਨ ਹਨ। ਜਿਵੇਂ ਰੂਮੀਨੈਂਟਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਕੰਪਲੀਟਲੀ ਡਿਪੈਂਡ ਅਪੋਨ ਦਾ ਡਾਇਟਰੀ ਸੋਰਸ ਫॉर ਆਲ ਨਿਊਟ੍ਰੀਐਂਟਸ। ਪਰ ਇਹ ਜਿਹੜੇ ਆ ਪੋਲਟਰੀ ਬਰਡਸ ਜਿਹੜੇ ਹੁੰਦੇ ਆ, ਉਹ ਸਾਰੇ ਡਿਪੈਂਡ ਕਰਦੇ ਹਨ ਅਸੈਂਸ਼ੀਅਲ ਅਮਾਈਨੋ ਐਸਿਡਸ 'ਤੇ, ਵਿਟਾਮਿਨ ਬੀ ਗਰੁੱਪਸ 'ਤੇ ਐਂਡ ਵਿਟਾਮਿਨ ਕੇ 'ਤੇ। ਓਪਟੀਮਮ ਕੈਲਸ਼ੀਅਮ ਅਤੇ ਫਾਸਫੋਰਸ ਦੀ ਰੇਸ਼ੋ ਬਹੁਤ ਹੀ ਵੱਧ ਮਹੱਤਵਪੂਰਨ ਰੱਖਦੀ ਹੈ ਇਸ ਵਿੱਚ ਪੋਲਟਰੀ ਦੀ ਡਾਇਟ ਦੇ ਲਈ। ਐਨਰਜੀ ਰਿਕੁਆਇਰਮੈਂਟ ਵਾਸਤੇ ਰਾਸ਼ਨ ਫॉर पोल्ट्री कैलकुलेटेड ऑन द basis of the ME प्रोटीन पोल्ट्री ईट टू सैटिस्फाई देयर एनर्जी नीड्स वैन द फीड फ्री चॉइस। ਜਦੋਂ ਆਪਣੀ ਫ੍ਰੀ ਚੁਆਇਸ ਦੇ ਫੀਡ ਖਾਵੇਗੀ ਤਾਂ ਆਪਣੀ ਜਿਹੜੀ ਐਨਰਜੀ ਦੀ ਰਿਕੁਆਇਰਮੈਂਟ ਪ੍ਰਾਪਤ ਕਰ ਸਕਦੀ ਹੈ। ਜਿਵੇਂ ਦੱਸਿਆ ਗਿਆ ਹੈ, ਐਨਰਜੀ ਲੈਵਲ ਅਪ ਹੁੰਦਾ ਹੈ ਜਦੋਂ ਐਨਰਜੀ ਲੈਵਲ ਪੰਛੀਆਂ ਦੇ ਵਿੱਚ ਜਾਂ ਜਾਨਵਰਾਂ ਦੇ ਵਿੱਚ ਅਪ ਹੋ ਜਾਏਗਾ ਤਾਂ ਫੀਡ ਇਨਟੇਕ ਘੱਟ ਹੋ ਜਾਏਗੀ। ਐਨਰਜੀ ਲੈਵਲ ਡਾਊਨ ਹੋਵੇਗਾ, ਫੀਡ ਇਨਟੇਕ ਵਧੇਗੀ। ਇਨਵਾਇਰਮੈਂਟਲ ਟੈਂਪਰੇਚਰ ਫੀਡ ਇਨਟੇਕ 'ਤੇ ਜਾਂ ਐਨਰਜੀ ਲੈਵਲ 'ਤੇ ਜਿਹੜਾ ਇਫੈਕਟ ਪਾਉਂਦਾ ਹੈ। ਟੈਂਪਰੇਚਰ ਵਧੇਗਾ, ਫੀਡ ਇਨਟੇਕ ਘਟੇਗੀ, ਟੈਂਪਰੇਚਰ ਘਟੇਗਾ, ਫੀਡ ਇਨਟੇਕ ਵਧੇਗੀ। ਇਹ ਸਾਰੇ ਕੁਝ ਫੈਕਟਰ ਹਨ ਜੋ ਦੱਸੇ ਗਏ ਹਨ। ਹੈਲਥ ਆਫ ਦੀ ਬਰਡਸ, ਜੈਨੇਟਿਕਸ, ਇਹ ਸਾਰੇ ਹੀ ਪੰਛੀਆਂ ਦੀ ਹੈਲਥ ਦੇ ਉੱਤੇ ਜਾਂ ਉਹਨਾਂ ਦੀ ਸਰੀਰਕ ਵਾਧੇ ਦੇ ਉੱਤੇ ਬਹੁਤ ਹੀ ਇਫੈਕਟ ਪਾਉਂਦੇ ਹਨ। ਪ੍ਰੋਟੀਨ ਰਿਕੁਆਇਰਮੈਂਟ ਟੈਂਪਰੇਚਰ 'ਤੇ ਫੀਡ ਇਨਟੇਕ 'ਤੇ ਡਿਪੈਂਡ ਕਰਦੀ ਹੈ, ਜਿਵੇਂ ਕਿ ਇਸ ਵਿੱਚ ਦੱਸਿਆ ਗਿਆ ਹੈ। ਕੁਝ ਜਿਹੜੇ ਅਮਾਈਨੋ ਐਸਿਡਸ ਹਨ, ਉਹ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਇਹਨਾਂ ਦੀ ਡਾਇਟ ਦੇ ਵਿੱਚ। ਮਿਨਰਲ ਰਿਕੁਆਇਰਮੈਂਟ ਜਿਵੇਂ ਕਿ ਦੱਸਿਆ ਗਿਆ ਹੈ, ਕੈਲਸ਼ੀਅਮ, ਫਾਸਫੋਰਸ, ਸੋਡੀਅਮ ਐਂਡ ਕਲੋਰੀਨ, ਇਹ ਸਾਰੇ ਹੀ ਤੱਤ ਜਿਹੜੇ ਆ ਪੰਛੀਆਂ ਦੀ ਡਾਇਟ ਦੇ ਵਿੱਚ ਹੋਣੇ ਬਹੁਤ ਹੀ ਮਹੱਤਵਪੂਰਨ ਹਨ। ਕੈਲਸ਼ੀਅਮ ਅਤੇ ਫਾਸਫੋਰਸ ਦੀ ਰੇਂਜ 1:1 ਤੋਂ 1:1.5 ਤੱਕ ਹੋਣੀ ਚਾਹੀਦੀ ਹੈ, ਜੋ ਕਿ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਸਾਲਟ ਜਿਵੇਂ ਸੋਡੀਅਮ ਕਲੋਰਾਈਡ, ਇਹਨਾਂ ਦੀ ਜਿਹੜੀ ਆ ਰਾਸ਼ਨ ਦੇ ਵਿੱਚ ਰੇਸ਼ੋ ਹੋਣੀ ਚਾਹੀਦੀ ਹੈ 0.5 ਤੋਂ 1% ਹੋਣੀ ਹੀ ਚਾਹੀਦੀ ਹੈ। ਮੈਂਗਨੀਜ਼ ਡੈਫੀਸ਼ੀਐਂਸੀ ਆਫ ਮੈਂਗਨੀਜ਼ ਕੈਜ਼ਸ ਪ੍ਰੋਸੈਸ, ਜੋ ਕਿ ਪੰਛੀਆਂ ਨੂੰ ਬਹੁਤ ਹੀ ਹਾਨੀਕਾਰਕ ਹੈ। ਫ੍ਰੀ ਫਲੋਇੰਗ ਮੈਂਗਨੀਜ਼ ਸਪਲਾਈ ਸ਼ੁੱਡ ਨੋਰਮਲੀ ਬੀ ਇਨਕਲੂਡਡ ਇਨ ਆਲ ਪੋਲਟਰੀ ਫੀਡਸ। ਇਹ ਨੋਰਮਲੀ ਹੋਣੀ ਚਾਹੀਦੀ ਆ ਸਾਰੀਆਂ ਹੀ ਪੰਛੀਆਂ ਦੀ ਫੀਡ ਦੇ ਵਿੱਚ ਜਾਂ ਡਾਇਟ ਦੇ ਵਿੱਚ। ਆਇਓਡੀਨ ਸਾਨੂੰ ਪੰਛੀਆਂ ਦੀ ਡਾਇਟ ਦੇ ਵਿੱਚ ਜਿੰਨੀ ਹੀ ਕੈਲਸ਼ੀਅਮ ਅਤੇ ਫਾਸਫੋਰਸ ਦੀ ਮਾਤਰਾ ਹੋਵੇਗੀ ਉਸ 'ਤੇ ਨਿਰਭਰ ਕਰੇਗੀ। ਮੈਗਨੀਸ਼ੀਅਮ ਵੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਪੰਛੀਆਂ ਦੀ ਡਾਇਟ ਦੇ ਵਿੱਚ। ਵਿਟਾਮਿਨ ਰਿਕੁਆਇਰਮੈਂਟ ਵਿਟਾਮਿਨ ਏ, ਜਿਵੇਂ ਕਿ ਦੱਸਿਆ ਗਿਆ ਹੈ, ਡੈਫੀਸ਼ੀਐਂਟੀ ਸਿਮਟਮ ਰਿਟਾਰਡੇਸ਼ਨਸ ਆਫ ਗਰੋਥ, ਸਟੈਜਿੰਗ, ਰਿਫਲਡ ਫੈਦਰਸ, ਰਿਡਿਊਸਡ ਇਮਿਊਨਿਟੀ, ਇਹ ਸਾਰੇ ਹੀ ਵਿਟਾਮਿਨ ਏ ਦੀ ਘਾਟ ਦੇ ਨਾਲ ਪੰਛੀਆਂ ਦੇ ਵਿੱਚ ਦੇਖੇ ਜਾ ਸਕਦੇ ਹਨ। ਵਿਟਾਮਿਨ ਡੀ ਦੀ ਘਾਟ ਦੇ ਨਾਲ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਰਹਿ ਜਾਣਗੀਆਂ, ਜੋ ਕਿ ਮੀਟ ਵਾਲੇ ਪੰਛੀਆਂ 'ਤੇ ਬਹੁਤ ਹੀ ਅਸਰਦਾਰ ਜਾਂ ਹਾਨੀਕਾਰਕ ਪ੍ਰਭਾਵ ਪਾਉਣਗੀਆਂ। ਇਸ ਲਈ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਪੰਛੀਆਂ ਦੀ ਡਾਇਟ ਦੇ ਵਿੱਚ ਜਾਂ ਉਹਨਾਂ ਦੀ ਫੀਡ ਦੇ ਵਿੱਚ ਨਹੀਂ ਹੋਣੀ ਚਾਹੀਦੀ। ਵਿਟਾਮਿਨ ਈ ਵੀ ਬਹੁਤ ਮਹੱਤਵਪੂਰਨ ਹੈ। ਇਸ ਦੀ ਘਾਟ ਦੇ ਨਾਲ ਕ੍ਰੇਜ਼ੀਚਕ ਡਿਸੀਜ਼ ਜੋ ਪੰਛੀਆਂ ਦੇ ਵਿੱਚ ਹੋ ਜਾਂਦੀ ਹੈ। ਵਿਟਾਮਿਨ ਕੇ ਡੈਫੀਸ਼ੀਐਂਸੀ ਆਫ ਵਿਟਾਮਿਨ ਕੇ ਡਿਲੇ ਕਲੋਟਿੰਗ ਟਾਈਮਸ ਆਫ ਦੀ ਬਲੱਡ, ਰਿਡਿਊਸ ਸੀਰੀਅਸ ਹਾਰਮੋਰੇਜ, ਇਹ ਪੰਛੀਆਂ ਤੋਂ ਮਹੱਤਵਪੂਰਨ ਹੈ। ਇਸ ਲਈ ਰਾਈਬੋਫਲੇਵਿਨ, ਜਿਵੇਂ ਕਿ ਵਿਟਾਮਿਨ B2 ਜਾਂ ਵਿਟਾਮਿਨ B ਕੰਪਲੈਕਸ ਦੀ ਗੱਲ ਕੀਤੀ ਗਈ ਹੈ, ਇਹ ਸਾਰੇ ਹੀ ਪੰਛੀਆਂ ਦੀ ਡਾਇਟ ਦੇ ਵਿੱਚ, ਉਹਨਾਂ ਦੀ ਫੀਡ ਦੇ ਵਿੱਚ ਹੋਣੇ ਬਹੁਤ ਹੀ ਮਹੱਤਵਪੂਰਨ ਹਨ। ਰਿਕੁਆਇਰਮੈਂਟ ਬੋਇਲਰ, ਬ੍ਰੋਇਲਰ ਐਂਡ ਬਰੀਡਰ
4.4 ਮਿਲੀਗ੍ਰਾਮ ਪਰ kg ਹੋਣੀ ਚਾਹੀਦੀ ਹੈ। ਥਾਇਆਮਿਨ ਵੀ ਬਹੁਤ ਹੀ ਮਹੱਤਵਪੂਰਨ ਹੈ। ਇਹ ਜੋ ਦੱਸੇ ਗਏ ਹਨ B12 ਦੇ ਕੰਪਲੈਕਸ ਜੋ ਹੈ, ਇਸ ਦੀ ਘਾਟ ਦੇ ਨਾਲ ਬਹੁਤ ਹੀ ਡਿਸੀਜ਼ ਜਾਂ ਕੁਝ ਅਬਨੋਰਮੈਲਿਟੀਜ਼ ਪੰਛੀਆਂ ਦੇ ਵਿੱਚ ਆ ਸਕਦੀਆਂ ਹਨ। ਇਸ ਲਈ ਸਾਨੂੰ ਇਹ ਜਿਹੜੇ ਸਾਰੇ ਹੀ ਤੱਤ ਆ ਇਹਨਾਂ ਦੇ ਵਿੱਚ ਮਸਟ ਇਨਕਲੂਡ ਕਰਨੇ ਚਾਹੀਦੇ ਹਨ। ਫੀਡਿੰਗ ਸਪੇਸ 1 ਇੰਚ ਫੀਡਰ ਸਪੇਸ chick for 2 week age and 2 inch after that. Water. Bird drinks about twice as much water by weight of feed consumed. ਜਿਹੜੇ ਪੰਛੀ ਹਨ ਉਹ twice as much water by weight of feed consumed, ਜਿੰਨੀ ਹੀ ਫੀਡ ਖਾਣਗੇ ਉਸ ਤੋਂ ਦੁੱਗਣਾ ਪਾਣੀ ਪੀਣਗੇ। Some medications are administered in the drinking water. ਆਪਾਂ ਕੁਝ ਦਵਾਈਆਂ ਵੀ ਘੋਲ ਕੇ ਪਾਣੀ ਦੇ ਵਿੱਚ ਪੰਛੀਆਂ ਨੂੰ ਪਿਲਾ ਸਕਦੇ ਹਾਂ। ਵਾਟਰ ਕੰਜ਼ਪਸ਼ਨ ਇਨਕਰੀਜ਼ ਐਂਡ ਡਿਕਰੀਜ਼ ਅਕੋਰਡਿੰਗ ਟੂ ਦਾ ਇਨਵਾਇਰਮੈਂਟਲ ਟੈਂਪਰੇਚਰ। ਵਾਤਾਵਰਨ 'ਤੇ ਇਹ ਸਾਰਾ ਕੁਝ ਡਿਪੈਂਡ ਕਰਦਾ ਹੈ, ਪਾਣੀ ਦੀ ਮਾਤਰਾ ਵੱਧ ਜਾਂ ਘੱਟ ਹੋਣਾ। ਫੀਡਿੰਗ ਆਫ ਬਰਾਇਲਰਸ ਨੂੰ ਫੀਡਿੰਗ ਕਿੱਦਾਂ ਕਰਨੀ ਹੈ, ਹੁਣ ਇਸ ਬਾਰੇ ਜਾਣਾਂਗੇ ਥੋੜ੍ਹਾ। ਏਜ ਐਂਡ ਨਿਊਟ੍ਰੀਐਂਟਸ, ਪ੍ਰੋਟੀਨ ਪਰਸੈਂਟੇਜ ਜਾਂ ME ਜਿਹਨੂੰ ਆਪਾਂ ਕਹਿੰਦੇ ਹਾਂ ਕੈਲਰੀਜ਼ ਪਰ kg। ਸਟਾਰਟਰ ਰਾਸ਼ਨ ਜਿਵੇਂ ਕਿ ਦੱਸਿਆ ਗਿਆ 0 ਤੋਂ 3 ਵੀਕਸ, ਪ੍ਰੋਟੀਨ ਇੰਨੇ % ਹੋਣਾ ਚਾਹੀਦਾ 22 ਤੋਂ 24 ਅਤੇ ME ਜਾਂ ਕੈਲਰੀਜ਼ 2800। ਗਰੋਵਰ ਰਾਸ਼ਨ 3 ਤੋਂ 5 ਵੀਕਸ ਦੇ ਵਿੱਚ ਪ੍ਰੋਟੀਨ 20 ਤੋਂ 22 ਹੋਣਾ ਚਾਹੀਦਾ ਹੈ ਅਤੇ 3000 ਕੈਲਰੀਜ਼। ਫਿਨਿਸ਼ਰ ਜਦੋਂ ਆਪਾਂ ਫਿਨਿਸ਼ਰਸ 'ਤੇ ਆ ਜਾਂਦੇ ਹਾਂ, ਬਰਾਇਲਰ ਮਤਲਬ ਕਿ ਜਿਵੇਂ ਉਹ ਜਿਹੜੇ ਪੰਛੀ ਆ ਜਿਹੜੇ ਉਹ ਮੀਟ ਦੇ ਯੋਗ ਹੋ ਜਾਂਦੇ ਹਨ, ਉਦੋਂ ਉਹਨਾਂ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਆਪਾਂ ਘਟਾ ਸਕਦੇ ਹਾਂ 18 ਤੋਂ 20% ਅਤੇ ਕਿਲੋ ਜੋਲ ਕੈਲਰੀਜ਼ 3200 ਕਰ ਸਕਦੇ ਹਾਂ। ਫੀਡਿੰਗ ਆਫ ਬਰਾਇਲਰਸ। ਫੀਡ ਇਨਟੇਕ ਗ੍ਰਾਮ ਪਰ kg। ਫੀਡ ਕਨਵਰਸ਼ਨ ਆਪਾਂ ਇਹ ਜਿਹੜਾ ਮੈਥਡ ਲਾ ਕੇ ਬਰਾਇਲਰ ਦੇ ਵਿੱਚ ਫੀਡ ਦੀ ਮਾਤਰਾ ਪ੍ਰਾਪਤ ਕਰ ਸਕਦੇ ਹਾਂ। ਫੀਡ ਕਨਵਰਸ਼ਨ ਆਫ ਬਰਾਇਲਰ। ਫੈਕਟਰ ਅਫੈਕਟਿੰਗ ਫੀਡ ਕਨਵਰਸ਼ਨ। ਟਾਈਪ ਆਫ ਫੀਡ ਫੈਡ, ਏਜ ਐਂਡ ਵੇਟ ਆਫ ਬਰਡਸ, ਡਿਸੀਜ਼ ਐਂਡ ਕੰਟਮੈਂਟਸ, rodents and flying birds, control in feeding areas, antibiotics and medications improve feeding conversion, debreaking and size of the baby chicks, feed wastage, form of feed। ਇਹ ਜਿਹੜੇ ਕਾਰਨ ਦੱਸੇ ਗਏ ਹਨ, ਇਹਨਾਂ ਦੇ ਨਾਲ ਫੈਕਟਰ ਅਫੈਕਟਿੰਗ ਦੀ ਫੀਡ ਕਨਵਰਸ਼ਨ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਜਾਂ ਉਹਨਾਂ ਨੂੰ ਪ੍ਰਭਾਵ ਪਾਉਂਦੇ ਹਨ। ਬਰਾਇਲਰ ਬਰੀਡਿੰਗ ਪੁਲੈਟਸ। ਹੁਣ ਆਪਾਂ ਬਰਾਇਲਰ ਬਰੀਡਿੰਗ ਪੁਲੈਟਸ ਦੇ ਵਿੱਚ ਕੀ ਕਰਾਂਗੇ। ਚਿਕਨਸ ਬਰੈਡ ਫॉर ਮੀਟ ਪ੍ਰੋਡਕਸ਼ਨ ਗਰੋ ਰੈਪਿਡਲੀ ਐਂਡ ਰੀਚ sexual maturity at early age, too many small eggs and not good for hatching. Birds kept for breeding purpose, it is necessary to slow down their rate of growth and development of the sexual maturity। ਹੁਣ ਜਿਹੜੇ ਬਰਡਸ ਆਪਾਂ ਬਰੀਡਿੰਗ ਵਾਸਤੇ ਪਾਲਣੇ ਹਨ, ਉਹਨਾਂ ਦੇ ਵਿੱਚ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਾਂ ਉਹਨਾਂ ਨੂੰ ਜਿਹੜੀ ਡਾਈਟ ਆ ਸਲੋਲੀ ਦਈਏ ਤਾਂ ਜੋ ਉਹ ਪ੍ਰੋਪਰ ਮੈਚਿਓਰਿਟੀ 'ਤੇ ਆਪਣੀ ਜਿਹੜੀ ਸੈਕਸ਼ੂਅਲ ਮੈਚਿਓਰਿਟੀ ਆ ਉਹ ਪ੍ਰੋਪਰ ਕੰਜ਼ਿਊਮ ਕਰ ਸਕਣ, ਤਾਂ ਕਿ ਸਾਨੂੰ ਜਿਹੜੇ ਅੱਜ ਵਧੀਆ ਕਿਸਮ ਦੇ ਚਿਕਸ ਪ੍ਰਾਪਤ ਹੋ ਸਕਣ। ਮੀਟ ਵਾਸਤੇ ਜੇਕਰ ਆਪਾਂ ਜਾਨਵਰ ਪਾਲ ਰਹੇ ਹਾਂ ਜਾਂ ਪੰਛੀ ਪਾਲ ਰਹੇ ਹਾਂ ਤਾਂ ਆਪਾਂ ਉਹਨਾਂ ਨੂੰ ਜਿਹੜੀ ਫੀਡ ਆ ਵੱਧ ਦੇ ਸਕਦੇ ਹਾਂ, ਕਿਉਂਕਿ ਉਹਨਾਂ ਦਾ ਜਿਹੜਾ ਵਿਕਾਸ ਛੇਤੀ ਹੋ ਜਾਵੇ। ਪਰ ਜੇਕਰ ਬਰੀਡਿੰਗ ਵਾਸਤੇ ਆਪਾਂ ਕਰ ਰਹੇ ਹਾਂ ਤਾਂ ਫਿਰ ਪ੍ਰੋਪਰ ਅਤੇ ਬਹੁਤ ਹੀ ਸਾਵਧਾਨੀ ਦੇ ਨਾਲ ਫੀਡ ਦੇਣੀ ਚਾਹੀਦੀ ਹੈ ਪੰਛੀਆਂ ਨੂੰ। ਮੈਥਡ ਯੂਜ਼ restricting feed intakes to approximately 70%। ਓਕੇ, ਇਹ ਸਾਰੇ ਹੀ ਸਾਨੂੰ ਬਹੁਤ ਹੀ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਹਨ ਬਰੀਡਰ ਵਾਸਤੇ, ਜਿਹੜੇ ਬਰੀਡਿੰਗ ਪੰਛੀ ਹਨ ਉਹਨਾਂ ਦੇ ਵਾਸਤੇ। ਫੀਡਿੰਗ ਏ ਡਾਈਟ ਕੰਟੇਨਿੰਗ 10% ਪ੍ਰੋਟੀਨ 10% ਹੋਣੀ ਚਾਹੀਦੀ ਹੈ ਫੀਡ ਦੇ ਵਿੱਚ ਉਹਨਾਂ ਦੀ। ਐਨਰਜੀ ਫੀਡਸ
एनर्जी फीड्स आप ग्रेन्स बाय प्रोडक्ट्स एंड एनिमल्स वैजिटेबल फैट्स ऑयल सप्लाई द मोस्ट ऑफ एनर्जी इन द पोल्ट्री डाइट्स। ਇਹ ਸਾਰੇ ਹੀ ਅਸੀਂ ਬਰੀਡਿੰਗ ਪਰਪਸ ਵਾਸਤੇ ਪੰਛੀਆਂ ਦੇ ਵਿੱਚ ਯੂਜ਼ ਕਰ ਸਕਦੇ ਹਨ। ਕੋਰਨ ਇਜ਼ ਦਾ ਮੋਸਟ ਕਾਮਨ ਗ੍ਰੇਨ ਯੂਜ਼ਡ ਇਨ ਦਾ ਫਾਰਮੂਲੇਟਿੰਗ ਪੋਲਟਰੀ ਡਾਟਸ। ਕੋਰਨ ਜਿਹਨੂੰ ਆਪਾਂ ਕਹਿੰਦੇ ਹਾਂ ਜਵਾਰ, ਐਨਰਜੀ ਫੀਡਸ ਲਈ ਐਨਰਜੀ ਰਿਕੁਆਇਰਮੈਂਟ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ ਪੰਛੀਆਂ ਦੇ ਵਿੱਚ। ਪ੍ਰੋਟੀਨ ਸਪਲੀਮੈਂਟਸ ਆਪਾਂ ਜੋ ਆਉਂਦੇ ਹਨ ਬਾਜ਼ਾਰ ਦੇ ਵਿੱਚ ਵੀ ਮਿਲਦੇ ਹਨ, ਬਣੇ ਬਣਾਏ ਹੁੰਦੇ ਹਨ, ਰੈਡੀਮੇਡ ਹੁੰਦੇ ਹਨ। ਆਪਾਂ ਉਹਨਾਂ ਨੂੰ ਪੰਛੀਆਂ ਨੂੰ ਦੇ ਕੇ ਪ੍ਰੋਟੀਨ ਦੀ ਜਿਹੜੀ ਰਿਕੁਆਇਰਮੈਂਟ ਹੈ ਪੂਰੀ ਕਰ ਸਕਦੇ ਹਾਂ। ਐਨੀਮਲ ਪ੍ਰੋਟੀਨ ਸੋਰਸ ਆਰ ਮੋਰ ਵੇਰੀਏਬਲ in their amino acids than plant protein. Amino acids required for poultry differ from the other animals in the glycine and serines are dietary required and required glycine for uric acid formation। ਜਿਹੜੀ ਯੂਰਿਕ ਐਸਿਡ ਫਾਰਮੇਸ਼ਨ ਬਣ ਜਾਂਦੀ ਹੈ ਉਹਦੇ ਵਾਸਤੇ ਜਿਹੜੇ ਪ੍ਰੋਟੀਨ ਹਨ ਦੱਸੇ ਹਨ ਇਹ ਬਹੁਤ ਹੀ ਮਹੱਤਵਪੂਰਨ ਹਨ। ਪਲਾਂਟ ਪ੍ਰੋਟੀਨ ਦੇ ਵਿੱਚ ਆਪਾਂ ਦੇਖਦੇ ਹਾਂ ਸੋਇਆਬੀਨ ਮੀਲਸ is the most commonly plant protein and source has been better balance of amino acids than other plant protein। ਪਲਾਂਟ ਪ੍ਰੋਟੀਨ ਦੇ ਵਿੱਚ ਆਪਾਂ ਇਹ ਜਿਹੜੇ ਕੁਝ ਮੀਲ ਦੱਸੇ ਹਨ ਜਿਵੇਂ ਕੋਰਨ ਗਲੂਟਨ ਮੀਲਸ, ਲਿਨਸੀਡ ਮੀਲਸ, ਇਹ ਆਪਾਂ ਐਡ ਕਰ ਸਕਦੇ ਹਾਂ। ਐਨੀਮਲ ਪ੍ਰੋਟੀਨਸ ਦੇ ਵਿੱਚ ਦੀ ਮੋਸਟ ਕਾਮਨਲੀ ਯੂਜ਼ਡ ਆਰ ਫਿਸ਼ ਮੀਲਸ, ਮੀਟ ਬਾਈ ਪ੍ਰੋਡਕਟਸ, ਮਿਲਕ ਬਾਈ ਪ੍ਰੋਡਕਟਸ, ਬਲੱਡ ਮੀਲਸ, ਫੈਦਰ ਮੀਲਸ ਐਂਡ ਪੋਲਟਰੀ ਬਾਈ ਪ੍ਰੋਡਕਟਸ ਆਪਾਂ ਯੂਜ਼ ਕਰ ਸਕਦੇ ਹਾਂ। ਮਿਨਰਲ ਸਪਲੀਮੈਂਟਸ ਦੇ ਵਿੱਚ ਆਪਾਂ ਸੋਰਸ ਆਫ ਦੀ ਕੈਲਸ਼ੀਅਮ ਇਨ ਪੋਲਟਰੀ ਡਾਈਟਸ ਆਰ ਗਰਾਊਂਡ oyster cells, limestones, bone meals, dicalcium phosphates ਆਪਾਂ ਯੂਜ਼ ਕਰ ਸਕਦੇ ਹਾਂ। inorganic phosphorus supplied by bone meals, dicalcium phosphates, rock phosphates, ਇਹ ਆਪਾਂ ਜਿਹੜੇ ਆ ਮਿਨਰਲਸ ਪੰਛੀਆਂ ਨੂੰ ਆਪਾਂ ਦੇ ਸਕਦੇ ਹਾਂ। ਵਿਟਾਮਿਨ ਸਪਲੀਮੈਂਟਸ ਦੇ ਵਿੱਚ ਆਪਾਂ ਨੈਚੁਰਲ ਫੀਡ ਸਟਫਸ ਪ੍ਰੋਵਾਈਡ ਸਮ ਵਿਟਾਮਿਨਸ ਫॉर ਪੋਲਟਰੀ ਆਪਾਂ ਯੂਜ਼ ਕਰ ਸਕਦੇ ਹਾਂ। ਵਿਟਾਮਿਨ proximity are commonly used to provide the required vitamins in poultry। ਫੀਡ ਪ੍ਰੈਪਰੇਸ਼ਨ ਵਾਸਤੇ ਕਮਰਸ਼ੀਅਲ ਫੀਡ ਵੀ ਯੂਜ਼ ਕਰ ਸਕਦੇ ਹਾਂ ਅਤੇ ਆਪਾਂ ਹੋਮਮੇਡ ਆਪ ਵੀ ਬਣਾ ਸਕਦੇ ਹਾਂ। ਲੈਸਟ ਵੇਸਟੇਜ ਦੈਨ ਯੂਜ਼ਿੰਗ ਪੈਲੇਟਸ ਔਰ ਕਰੰਬਲਸ ਐਂਡ ਪੋਲਟਰੀ ਗਰੋਅਰ ਫਾਸਟਰ ਐਂਡ ਮੋਰ ਕਾਮਨਲੀ broilers for and other than the laying hens। Feedings of laying hens। Nutrient requirement of laying hens, energy requirement for maintenance 2 kg weight 220 calories for 70% production 130 and 1 gram grain per day 3 calories ਆਪਾਂ यूज़ करते हैं। Usual energy concentration is 2.8 m kilojoules kg per diet। ਪ੍ਰੋਟੀਨ ਰਿਕੁਆਇਰਮੈਂਟ ਸੇਮ ਹੀ ਹੈ ਜਿਵੇਂ ਦੱਸਿਆ ਗਿਆ ਹੈ। ਲੇਇੰਗ ਹੈਨ ਰਿਸੀਵ ਡਾਈਟ ਕੰਟੇਨਿੰਗ 3.1 mg kg ਪਰ DM required 16.5% protein to get maximum economic return from the laying hen then flocks a feed efficiency of 1.6 to 1.8 kg of feed per dozens of eggs produced in needs। laying ratio should be contain about 15% protein based on the 2900 kilocalories per kg of diet। ਇੰਨੇ ਪਰਸੈਂਟ 16-15% ਪ੍ਰੋਟੀਨ ਦੀ ਰਿਕੁਆਇਰਮੈਂਟ ਹੁੰਦੀ ਹੈ 2000 ਤੇ 900 ਜਿਹੜੀਆਂ ਕੈਲਰੀਜ਼ ਪ੍ਰਾਪਤ ਕਰਨ ਦੇ ਲਈ। Effect of environmental temperature, small light body weight hen consume in summer 900 gram feed, 90 gram feed, 19% protein, 17% per hen per day। In winter 120 gram feed, 15.5 protein। ਗਰਮੀਆਂ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਵੀ ਜ਼ਿਆਦਾ ਚਾਹੀਦੀ ਹੈ ਅਤੇ ਸਰਦੀਆਂ ਦੇ ਵਿੱਚ ਆਪਾਂ ਥੋੜ੍ਹੀ ਘੱਟ ਹੀ ਕਰ ਸਕਦੇ ਹਾਂ।
ਐਸੈਂਸ਼ੀਅਲ ਅਮਾਈਨੋ ਐਸਿਡਸ ਫॉर ਲੇਇੰਗ ਹੈਂਸ, ਕੁਝ ਅਮਾਈਨੋ ਐਸਿਡ ਜਾਂ ਪ੍ਰੋਟੀਨ ਦੇ ਨਾਂ ਦੱਸੇ ਗਏ ਹਨ ਜਿਹੜੇ ਕਿ ਲੇਇੰਗ ਹੈਂਸ ਦੇ ਵਾਸਤੇ ਬਹੁਤ ਹੀ ਮਹੱਤਵਪੂਰਨ ਹਨ, ਜਿਵੇਂ ਕਿ ਲਾਈਸੀਨ, ਟ੍ਰਾਈਪੋਫੇਨ ਐਂਡ ਐਗਰੀਨਿਨਸ। Match for laying hens should be contain less than 3 to 4% animal protein supplement. Feather are high in sulfur amino acids. Fat supplements ਆਪਾਂ laying hens ਵਾਸਤੇ fat supplement ਜਿਵੇਂ ਦਿੰਦੇ ਹਾਂ fat addition, egg yield in winter, fat addition, amount of feed ਰਿਕੁਆਇਰਡ ਪਰ ਡਜ਼ਨ ਐਗਸ। ਇਹ ਸਾਰਾ ਕੁਝ ਦੱਸਿਆ ਗਿਆ ਹੈ। ਜਿਵੇਂ ਮਿਨਰਲ ਰਿਕੁਆਇਰਮੈਂਟਸ ਦੇ ਵਿੱਚ ਆਪਾਂ ਕੈਲਸ਼ੀਅਮ, ਲੇਇੰਗ ਬਰਡਸ ਨੀਡ ਲਾਰਜ ਅਮਾਊਂਟ ਆਫ ਕੈਲਸ਼ੀਅਮ ਬਿਕੋਜ਼ ਐਗ ਸ਼ੈਲਸ ਕੰਪੋਜ਼ਡ ਇੰਟਾਇਰਲੀ ਆਫ ਕੈਲਸ਼ੀਅਮ ਕਾਰਬੋਨੇਟ। ਓਕੇ, ਕਿੰਨਾ ਮਹੱਤਵਪੂਰਨ ਹੈ ਕੈਲਸ਼ੀਅਮ ਲੇਇੰਗ ਹੈਨ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਹਨ, ਕਿਉਂਕਿ ਜਿਹੜਾ ਐਗ ਦਾ ਸ਼ੈਲ ਹੈ ਉਹ ਕੈਲਸ਼ੀਅਮ ਤੋਂ ਹੀ ਬਣੇਗਾ। ਫਾਸਫੋਰਸ ਪ੍ਰੋਟੀਨ ਸਪਲੀਮੈਂਟ ਯੂਜ਼ਡ ਇਨ ਪੋਲਟਰੀ ration, mat meat, meal, tankage, fish meal and dairy byproduct usually be sufficient in phosphorus. Manganese, ਜੇਕਰ ਆਪਾਂ ਮੈਂਗਨੀਜ਼ ਦੀ ਗੱਲ ਕਰਾਂਗੇ ਤਾਂ ਉਹ ਇਸ ਪ੍ਰਕਾਰ ਹੈ। ਜੇਕਰ ਕੈਲਸ਼ੀਅਮ ਇਨ ਲੇਇੰਗ ਰਾਸ਼ਨ ਇਜ਼ ਇਕੁਅਲ ਟੂ ਲੈਸ ਐਗ ਪ੍ਰੋਡਕਸ਼ਨ, ਜੇਕਰ ਕੈਲਸ਼ੀਅਮ ਦੀ ਮਾਤਰਾ ਘੱਟ ਹੋਵੇਗੀ ਤਾਂ ਐਗ ਦੀ ਪ੍ਰੋਡਕਸ਼ਨ ਵੀ ਘੱਟ ਹੋਵੇਗੀ। ਐਂਡ ਐਗ ਸ਼ੈਲ ਵੀਕ ਐਂਡ ਹੈਚੇਬਿਲਿਟੀ ਉਹ ਵੀ ਸਭ ਘੱਟ ਹੋਵੇਗੀ। ਇਸ ਲਈ 1.4 LB ਮੈਂਗਨੀਜ਼ ਸਲਫੇਟ ਐਡਡ ਟੂ ਟਨ ਆਫ ਮੈਸ਼ ਫੀਡ ਵਿਦਆਊਟ ਗ੍ਰੇਨ ਐਂਡ ਹਾਫ LB ਆਫ ਮੈਸ਼ ਫੀਡ ਵਿਦ ਗ੍ਰੇਨ। ਆਇਓਡੀਨ ਇਨ ਲੇਇੰਗ ਰਾਸ਼ਨ goiter, iodized salt must be used instead of ਬਾਕੀ ਆਪਾਂ ਹੋਰ ਜੋ ਯੂਜ਼ ਕਰ ਸਕਦੇ ਹਾਂ। ਸੈਲੀਨੀਅਮ ਜੇਕਰ ਇਹਦੀ ਮਾਤਰਾ ਘੱਟ ਹੋਵੇਗੀ ਤਾਂ ਐਕਸੀਡੇਟਿਵ ਡਾਇਥੀਸਿਸ ਹੋ ਸਕਦਾ ਹੈ। ਜਿੰਕ ਦੇ ਵਿੱਚ ਜਿਵੇਂ ਜਿੰਕ ਦੀ ਗੱਲ ਕਰੀਏ, ਜੇਕਰ ਜਿੰਕ ਦੀ ਮਾਤਰਾ ਘੱਟ ਹੋਵੇਗੀ ਤਾਂ ਸਕੈਲਟਲ ਐਬਨੋਰਮੈਲਿਟੀਜ਼ ਅਤੇ ਨੈਕਰੋਟਿਕ ਡਰਮੈਟਿਟੀਜ਼ ਐਂਡ ਥਿਨ ਸ਼ੈਲ ਐਂਡ ਹਾਈਪਰ ਕੈਰਾਟੀਨਾਈਜੇਸ਼ਨ ਆਫ ਐਪੈਡਰਮਿਸ ਹੋ ਸਕਦਾ ਹੈ। ਸਾਲਟ ਦੀ ਗੱਲ ਕਰੀਏ, 1.5 ਤੋਂ 1% ਆਫ ਟੋਟਲ ਰਾਸ਼ਨ ਸਾਲਟ ਹੋਣਾ ਚਾਹੀਦਾ ਹੈ। ਇਸ ਦੇ ਵਿੱਚ ਵਿਟਾਮਿਨ ਏ ਪਹਿਲੇ ਵੀ ਗੱਲ ਕੀਤੀ ਹੈ, ਰਿਕੁਆਇਰਡ ਹਾਇਰ ਕੰਟੈਂਟ ਆਫ ਵਿਟਾਮਿਨ ਏ ਇਨ ਦੇਅਰ ਫੀਡ in very hot weather than cold because they consume less feed. ਹੋਟ ਦੇ ਵਿੱਚ ਸਾਨੂੰ ਵਿਟਾਮਿਨ ਏ ਦੀ ਮਾਤਰਾ ਜ਼ਿਆਦਾ ਰੱਖਣੀ ਚਾਹੀਦੀ ਹੈ ਕਿਉਂਕਿ ਉਹ ਫੀਡ ਘੱਟ ਖਾਣਗੀਆਂ। ਇਸ ਲਈ ਘੱਟ ਫੀਡ ਤੋਂ ਹੀ ਉਹ ਜੇਕਰ ਵੱਧ ਵਿਟਾਮਿਨ ਏ ਲੈ ਸਕਣ ਤਾਂ ਮਹੱਤਵਪੂਰਨ ਹੋਵੇਗਾ। ਜੇਕਰ ਵਿਟਾਮਿਨ ਏ ਦੀ ਮਾਤਰਾ ਘੱਟ ਹੋਵੇਗੀ ਤਾਂ ਨਿਊਟ੍ਰੀਸ਼ਨਲ ਜੋ ਵੀ ਆ ਹੋ ਸਕਦੀ ਹੈ ਡੈਫੀਸ਼ੀਐਂਸੀ ਜਾਂ ਹੋਰ ਕੁਝ ਡਿਸੀਜ਼ ਹੋ ਸਕਦੀਆਂ ਹਨ। ਵਿਟਾਮਿਨ ਡੀ ਇਜ਼ ਲੇਇੰਗ ਰਾਸ਼ਨ ਥਿਨ ਸ਼ੈਲ ਐਂਡ ਐਗ, ਜਿਵੇਂ ਦੱਸਿਆ ਗਿਆ ਹੈ ਵਿਟਾਮਿਨ ਡੀ ਦੀ ਮਾਤਰਾ ਘੱਟ ਹੋਵੇਗੀ ਤਾਂ ਸ਼ੈਲ ਜਿਹੜਾ ਥਿਨ ਹੋਵੇਗਾ ਅਤੇ ਐਗ ਪ੍ਰੋਡਕਸ਼ਨ ਐਂਡ ਹੈਚੇਬਿਲਿਟੀ ਇਸ 'ਤੇ ਬਹੁਤ ਹੀ ਇਫੈਕਟ ਪਵੇਗਾ। ਬ੍ਰੈਸਟ ਬੋਨ ਬਿਕਮ ਸੌਫਟ ਐਂਡ ਬੋਨਸ ਆਫ ਦੀ ਲੈਗਸ ਐਂਡ ਵਿੰਗਸ ਬਿਕਮ ਫਰੈਜਾਈਲ, ਇਹ ਸਾਰੀਆਂ ਹੀ ਕਮਜ਼ੋਰ ਹੋਣਗੀਆਂ। ਰਾਈਬੋਫਲੇਵਿਨ ਐਂਡ ਵਿਟਾਮਿਨ ਏ, ਜੇਕਰ ਰਾਈਬੋਫਲੇਵਿਨ ਐਂਡ ਵਿਟਾਮਿਨ ਈ ਦੀ ਇਨ ਲੇਇੰਗ ਰਾਸ਼ਨ ਘੱਟ ਹੋਵੇਗੀ ਤਾਂ ਲੋ ਹੈਚੇਬਿਲਿਟੀ ਉਹਨਾਂ ਦੀ ਘੱਟ ਹੋਵੇਗੀ, ਐਗ ਦੀ ਜਿਹੜੀ ਹੈਚਿੰਗ ਘੱਟ ਹੋਵੇਗੀ। ਫੇਸ ਫੀਡਿੰਗ ਆਫ ਲੇਇੰਗ ਹੈਨ ਟੂ ਐਡਜਸਟ ਨਿਊਟ੍ਰੀਐਂਟ ਇਨਟੇਕ ਇਨ ਅਕੋਰਡੈਂਸ ਵਿਦ ਦਾ ਰੇਟ ਆਫ ਦੀ ਐਗ ਪ੍ਰੋਡਕਸ਼ਨ। ਫੇਜ਼ 1 ਦੇ ਵਿੱਚ ਆਉਂਦਾ ਮੋਸਟ ਕ੍ਰਿਟੀਕਲ ਪੀਰੀਅਡ ਹੁੰਦਾ ਹੈ ਡਿਊਰਿੰਗ 20 ਵੀਕ ਪੀਰੀਅਡ ਪੁਲੇਟ, ਠੀਕ ਹੈ। ਇਹ 20 ਵੀਕ ਦਾ ਹੁੰਦਾ ਹੈ ਪੀਰੀਅਡ ਦੇ, ਬਹੁਤ ਹੀ ਕ੍ਰਿਟੀਕਲ ਪੀਰੀਅਡ ਹੁੰਦਾ ਹੈ। ਇਸ ਦੇ ਵਿੱਚ ਸਾਨੂੰ ਐਗ ਦੀ ਪ੍ਰੋਜੈਕਸ਼ਨ ਫਰੋਮ 0 ਟੂ ਪੀਕ ਹੁੰਦੀ ਹੈ, ਠੀਕ ਹੈ। ਬੋਡੀ ਵੇਟ ਫਰੋਮ 1300 ਤੋਂ 1900 ਗ੍ਰਾਮ ਹੁੰਦਾ ਹੈ। ਐਗ ਸਾਈਜ਼ 14 ਗ੍ਰਾਮ ਤੋਂ ਐਗ ਐਟ 22 ਵੀਕ ਓਵਰ ਇੰਨਾ ਹੀ ਗ੍ਰਾਮ ਹੋ ਸਕਦਾ ਹੈ।
ਦੇਖੋ ਇਹ ਦੱਸਿਆ ਗਿਆ ਹੈ ਫੇਜ਼ 1 ਜਿਹੜੀ ਕਿ 20 ਹਫ਼ਤਿਆਂ ਦੀ ਉਮਰ ਹੁੰਦੀ ਹੈ ਪੰਛੀ ਦੀ, ਉਸ ਦੇ ਵਿੱਚ ਐਗ ਪ੍ਰੋਡਕਸ਼ਨ ਰੇਟ ਹਾਈ ਹੁੰਦਾ ਹੈ। ਫੇਜ਼ 2 ਦੇ ਵਿੱਚ ਆ ਜਾਂਦਾ ਹੈ, ਜਿਹੜੀ ਆਪਾਂ ਦੇਖਦੇ ਹਾਂ, ਗੱਲ ਕਰਦੇ ਹਾਂ 42 ਵੀਕਸ 42 ਵੀਕਸ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ, 1 ਮਹੀਨੇ ਤੋਂ ਉੱਤੇ ਹੋ ਜਾਂਦਾ ਆ। ਉਸ ਦੇ ਵਿੱਚ ਜਿਹੜਾ ਆ ਵੈਨ ਹੈਂਸ ਅਟੇਨ ਮੈਚਿਓਰ ਬੋਡੀ ਵੇਟ ਦਾ ਪੀਰੀਅਡ ਰੇਂਜ 42 ਤੋਂ 72 ਵੀਕ ਆਫ ਰੇਂਜ ਹੋ ਜਾਂਦਾ। ਇਫੈਕਟ ਆਫ ਦੀ ਟੈਂਪਰੇਚਰ ਔਨ ਐਗ ਸ਼ੈਲ, ਇਸ ਦੇ ਵਿੱਚ ਜਿਹੜਾ ਆ ਟੈਂਪਰੇਚਰ ਅਤੇ ਹੋਰ ਕੁਝ ਫੈਕਟਰ ਹਨ, ਉਹ ਜਿਹੜਾ ਹੈਨ ਦੇ ਉੱਤੇ ਜਾਂ ਪੰਛੀ ਦੇ ਉੱਤੇ ਇਫੈਕਟ ਪਾਉਣਗੇ ਅਤੇ ਉਹਨਾਂ ਦੀ ਜਿਹੜੀ ਆ ਆਂਡੇ ਦੀ ਜਿਹੜੀ ਆ ਸਮਰੱਥਾ ਘੱਟ ਹੋ ਸਕਦੀ ਹੈ। ਹੋਟ ਵੈਦਰ ਜੇਕਰ ਹੋਵੇਗਾ ਤਾਂ ਇਨਕਰੀਜ਼ ਰੈਸਪੀਰੇਸ਼ਨ ਰੇਟ ਅਤੇ ਇਨਕਰੀਜ਼ CO2 ਲੋਸ, ਬਲੱਡ ਬਾਇਓਕਾਰਬੋਨੇਟ ਲੈਵਲ ਘੱਟ ਹੋਵੇਗਾ ਅਤੇ ਐਗ ਸ਼ੈਲ ਫਾਰਮੇਸ਼ਨ ਘੱਟ ਹੋਵੇਗੀ। ਸਟੇਜ ਆਫ ਦੀ ਐਗ ਪ੍ਰੋਡਕਸ਼ਨ ਹੈਨ ਯੂਜ਼ਲੀ ਕਵਰ ਏ ਪੀਰੀਅਡ ਆਫ 15 ਮੰਥ, ਜਿਹੜੀ 15 ਮੰਥ ਦਾ ਜਿਹੜਾ ਪੀਰੀਅਡ ਆ ਉਹ ਕਵਰ ਕਰਦੀ ਹੈ ਐਗ ਪ੍ਰੋਡਕਸ਼ਨ ਹੈਨ ਜਿਹੜੀ 22 ਹਫ਼ਤਿਆਂ ਦੀ ਉਮਰ ਤੋਂ ਲੈ ਕੇ ਪੀਕ ਜਿਹੜੀ ਰੇਟ ਹੁੰਦੀ ਹੈ 28 ਤੋਂ 30 ਵੀਕ ਦੀ ਹੁੰਦੀ ਹੈ। ਗ੍ਰੈਜੂਅਲੀ ਡਿਕਲਾਈਨ ਕਰਦੀ ਹੈ 65% ਆਫਟਰ 15 ਮੰਥ ਆਫ ਦੀ ਡੇ। ਠੀਕ ਹੈ, 15 ਮਹੀਨਿਆਂ ਤੋਂ ਬਾਅਦ ਜਿਹੜੀ ਆ ਹੈਨ ਦੀ ਆਂਡਿਆਂ ਦੀ ਸਮਰੱਥਾ ਘੱਟ ਹੋਣ ਲੱਗ ਪੈਂਦੀ ਹੈ, 65% ਘੱਟ ਜਾਂਦੀ ਹੈ। ਲਾਈਟਨ ਪੀਰੀਅਡ ਫੀਡ ਇਨਟੇਕ ਵਧੇਗੀ, ਸਟੀਮੂਲੇਸ਼ਨ ਆਫ ਦੀ ਪਿਟਿਊਟਰੀ ਗਲੈਂਡ ਵੀ ਵਧੇਗੀ ਅਤੇ ਐਗ ਲੇਡ ਵੀ ਵਧੇਗੀ। ਫੀਡਿੰਗ ਸਿਸਟਮ ਹੋਲ ਗ੍ਰੇਨ ਮੈਥਡ, ਗ੍ਰੇਨ ਐਂਡ ਮੈਸ਼, ਆਲ ਮੈਸ਼ ਫੀਡ ਐਟ ਫਸਟ 8 ਵੀਕ ਦੇ ਵਿੱਚ ਪਾ ਸਕਦੇ ਹਾਂ। ਵੈਟ ਮੈਸ਼ ਫੀਡਿੰਗ ਫੋਰ ਮੋਰ ਪੈਲਟ, ਇਹ ਵੀ ਆਪਾਂ ਪਾ ਸਕਦੇ ਹਾਂ। ਆਲਸੋ ਫਰੈਸ਼ ਗ੍ਰੀਨ ਫੀਡਸ is fed to poultry. Feeding of laying hen, nutrition and age quality, egg quality. nutrition and egg quality की डिपेंड करती है egg size, nutrition and egg quality, egg size, ਲੈਵਲ ਆਫ ਪ੍ਰੋਟੀਨ ਇਨ ਡਾਈਟ ਕਿੰਨਾ ਹੋਣਾ ਚਾਹੀਦਾ ਹੈ, 14 ਤੋਂ 20%। CP ਰਾਸ਼ਨ, ਬੈਲੈਂਸਡ ਅਮਾਈਨੋ ਐਸਿਡਸ, ਹੈਵੀਅਰ ਐਗਸ। The choice of the protein level in a layered diet depend upon the accurate evaluation of the extra cost for the additional protein compared with the income from larger egg obtained. Feeding of the laying hens ਦੇ ਵਿੱਚ ਆਪਾਂ ਹੋਰ ਪੁਆਇੰਟ ਐਡ ਕਰਦੇ ਹਾਂ, ਐਨਰਜੀ ਇਨਟੇਕ, ਮਿਨਰਲਸ ਐਂਡ ਵਿਟਾਮਿਨ A ਲੈਵਲਸ, ਇਹ ਸਾਰਾ ਹੀ ਡਿਪੈਂਡ ਕਰਦਾ ਹੈ। ਲੈਵਲ ਆਫ ਦੀ ਲਿਨੋਨਿਕ ਐਸਿਡ, ਇਹ ਸਾਰਾ ਕੁਝ ਡਿਪੈਂਡ ਕਰਦਾ ਹੈ। ਸ਼ੈਲ ਕੁਆਲਿਟੀ ਦੇ ਵਿੱਚ ਦਾ ਕੁਆਲਿਟੀ ਆਫ ਦੀ ਐਗ ਸ਼ੈਲ ਡਿਪੈਂਡ ਅਪਾਉਨ ਦਾ ਵਿਟਾਮਿਨ D ਐਂਡ ਕੈਲਸ਼ੀਅਮ, ਫਾਸਫੋਰਸ ਅਤੇ ਜ਼ਿੰਕ 'ਤੇ ਡਿਪੈਂਡ ਕਰਦੀ ਹੈ। ਡੈਫੀਸ਼ੀਐਂਸੀ ਔਰ ਇੰਬੈਲੈਂਸ ਆਫ ਦੀ ਵਿਟਾਮਿਨ D3, ਕੈਲਸ਼ੀਅਮ ਐਂਡ ਫਾਸਫੋਰਸ ਜੇਕਰ ਹੋਵੇਗੀ ਤਾਂ ਸ਼ੈਲ ਦੀ ਥਿਕਨੈਸ ਘਟੇਗੀ, ਮਿਸਹੈਪਨ ਐਗ ਅਤੇ ਐਗ ਦੀ ਪ੍ਰੋਡਕਸ਼ਨ ਵੀ ਘਟੇਗੀ। ਮੈਂਗਨੀਜ਼ ਦੀ ਘਾਟ ਦੇ ਨਾਲ ਜੇ ਘੱਟ ਹੋਵੇਗਾ ਤਾਂ ਥਿਨ ਐਂਡ ਬ੍ਰਿਟਲ ਸ਼ੈਲਡ ਐਗ ਹੋਵੇਗਾ। ਵੈਰੀ ਹੋਟ ਵੈਦਰ ਦੇ ਵਿੱਚ ਪੂਅਰ ਕੁਆਲਿਟੀ ਐਗ ਸ਼ੈਲ ਹੋਵੇਗਾ। ਐਂਡ ਆਫ ਦੀ ਲੇਇੰਗ ਪੀਰੀਅਡ ਫਾਲ ਐਗ ਸ਼ੈਲ ਕੁਆਲਿਟੀ ਡਿਊ ਟੂ ਫੇਲੀਅਰ ਇਨ ਦਾ ਕੈਲਸ਼ੀਅਮ ਮੈਟਾਬੋਲਿਜ਼ਮ ਐਂਡ ਕੈਲਸ਼ੀਅਮਸ ਆਫ ਦੀ ਰਾਸ਼ਨ ਘੱਟ ਹੋਣ ਦੇ ਨਾਲ। ਇਨਸੈਕਟੀਸਾਈਡ ਐਂਡ ਫੰਗੀਸਾਈਡਸ ਇਨ ਗ੍ਰੇਨ ਮਲਫਾਰਮਡ ਐਗਡ, ਰੈਂਸਿਡ ਕੋਡ ਲੀਵਰ ਆਇਲ ਇਨ ਡਾਈਟ, ਰਫ ਸ਼ੈਲ ਡਿਸੀਜ਼, ਪੂਅਰ ਸ਼ੈਲ ਕੁਆਲਿਟੀ, ਡਿਸੀਜ਼ਸ ਦੇ ਨਾਲ ਪੂਅਰ ਸ਼ੈਲ ਕੁਆਲਿਟੀ ਆ ਸਕਦੀ ਹੈ। ਇੰਟਰਨਲ ਐਗ ਕੁਆਲਿਟੀਜ਼, the nutritive content of the eggs depend upon the level of these nutrients in the diets of the laying hen. Suitable iodine in diet, iodine content ਘੱਟ ਵਧੇਗਾ of the egg. Deficiency of the vitamin B, slightly yellowish green tinge in albumin. Yolk color ਕਿਹੋ ਜਿਹਾ ਹੋਵੇਗਾ, the color of the egg yolk depend upon the presence of the carotenoid pigment in the ration. When 30% yellow maize or 5% good quality of the alfalfa or up to 22 milligram, ਇਹਨਾਂ ਦੀ ਜਦੋਂ ਐਗਜ਼ੈਂਥੋਫਿਲ ਦੀ ਘਟੇਗੀ ਪਾਵਾਂਗੇ ਤਾਂ ਡੀਪ ਯੈਲੋ ਯੋਲਕ ਹੋਵੇਗਾ। ਹਾਈਲੀ ਪਿਗਮੈਂਟਡ ਪਲਾਂਟਸ or undesirable colored yolk, large amount of the untreated CMS, brown mottled yolk and pinkish tinge of the albumin. ਇਹ ਸਾਰੇ ਹੀ ਜਿਹੜੇ ਤੱਤ ਆ ਜਿਹੜਾ ਇਹਨਾਂ ਦੀ ਘਾਟ ਦੇ ਨਾਲ ਜਾਂ ਵਾਧ ਦੇ ਨਾਲ ਯੋਕ ਦੇ ਉੱਤੇ ਜਾਂ ਉਹਨਾਂ ਦਾ ਕਲਰ ਜਿਹੜਾ ਆ ਉਸ ਦਾ ਕਲਰ ਆ ਉਹ ਅਫੈਕਟ ਹੋਵੇਗਾ। ਪੀਮੈਂਟੋ ਪੈਪਰ ਇਨ ਡਾਈਟ ਜੇਕਰ ਆ ਹੋਵੇਗਾ
ਤਾਂ orange ਰੈੱਡ ਯੋਕ ਬਣੇਗਾ। ਇਸ ਦੇ ਨਾਲ ਹੀ ਫੀਡਿੰਗ ਆਫ ਪੋਲਟਰੀ ਬਰਡਸ ਦਾ ਟੌਪਿਕ ਖਤਮ ਹੁੰਦਾ ਹੈ। ਉਮੀਦ ਕਰਦਾ ਹਾਂ ਕਿ ਇਸ ਦੇ ਵਿੱਚੋਂ ਤੁਹਾਨੂੰ ਬਹੁਤ ਹੀ ਵਧੀਆ ਕੋਈ ਇਨਫੋਰਮੇਸ਼ਨ ਮਿਲੀ ਹੋਵੇਗੀ।